ਤੇ ਜਿਨ੍ਹਾਂ ਨੂੰ ਨਿਤ ਅਵਤਾਰ ਵੀ ਕਿਹਾ ਜਾਂਦਾ ਹੈ, ਤੇ ਜਿਨ੍ਹਾਂ ਦੇ ਅੰਦਰ ਸਿਮਰਨ ਦਾ ਐਸਾ ਰੋਹ ਚੱਲਦਾ ਹੈ। ਬਚਨ ਹੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਦੇ ਸਾਸ ਗਿਰਾਸ ਵਿੱਚ ਪਰਮਾਤਮਾ ਦਾ ਸਿਮਰਨ ਚੱਲਦਾ ਹੈ, ਆਉਂਦਿਆਂ ਵੀ ਸਿਮਰਨ, ਸਵਾਸ ਜਾਂਦਿਆਂ ਵੀ ਸਿਮਰਨ। ਪਰਮਾਤਮਾ ਇੱਕ ਛਿਨ ਮਾਤਰ ਭੁੱਲਦਾ ਨਹੀਂ ਹੈ, ਤੇ ਜਿਹਨੂੰ ਭੁੱਲਦਾ ਨਹੀਂ ਹੈ ਉਹ ਵੀ ਭਾਈ ਸੰਤ ਹੈ, ਮਹਾਂਪੁਰਸ਼ ਹੈ। ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਇਹ ਜਿਹੜੇ ਜਨ ਹੁੰਦੇ ਆ, ਸੰਤ ਹੁੰਦੇ ਆ, ਮਹਾਂਪੁਰਸ਼, ਇਹ ਪਰ ਉਪਕਾਰ ਵਾਸਤੇ ਸੰਸਾਰ ਵਿੱਚ ਆਉਂਦੇ ਆ। ਜੀ ਦਾਨ ਦੇ ਭਗਤੀ ਲਾਇਨ। ਦੇਖੋ ਦਾਨ ਸਾਰੇ ਵੱਡੇ ਆ। ਕਿਸੇ ਨੂੰ ਪ੍ਰਸ਼ਾਦਾ ਛਕਾ ਦਿੱਤਾ, ਦਾਨ ਉਹ ਵੀ ਵੱਡਾ। ਕਿਸੇ ਨੂੰ ਮਾਇਆ ਦੇਤੀ, ਉਹ ਵੀ ਦਾਨ ਵੱਡਾ। ਕਿਸੇ ਨੂੰ ਕੋਈ ਕੱਪੜਾ ਦੇਤਾ, ਉਹ ਵੀ ਬਹੁਤ ਚੰਗਾ ਹੈ। ਪਰ ਕਿਸੇ ਟੁੱਟੇ ਹੋਏ ਮਨ ਨੂੰ ਪਰਮਾਤਮਾ ਦੇ ਨਾਲ, ਗੁਰੂ ਦੇ ਨਾਲ ਜੋੜ ਦੇਣਾ, ਉਹਦੇ ਵਰਗਾ ਕੋਈ ਵੱਡਾ ਪੁੰਨ ਨਹੀਂ ਹੈ। ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ। ਇਸੇ ਕਰਕੇ ਸਮਝਾਇਆ ਹੈ ਕਿ ਜਿਹੜੇ ਪੁੰਨ ਹਨ ਉਹ ਬਹੁਤ ਜ਼ਿਆਦਾ ਨੇ, ਪਰ ਭਾਈ ਸਭ ਤੋਂ ਵੱਡਾ ਜਿਹੜਾ ਪੁੰਨ ਹੈ ਉਹ ਪ੍ਰਾਣੀ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਨਾ, ਗੁਰੂ ਦੀ ਬਾਣੀ ਨਾਲ ਜੋੜਨਾ, ਗੁਰੂ ਦੇ ਸਿਮਰਨ ਨਾਲ ਜੋੜਨਾ, ਇਹ ਵੱਡਾ ਪੁੰਨ ਹੈ। ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਬੰਦਨ ਕਰਾਂਗੇ ਵੀ ਬਹੁਤ ਵੱਡਾ ਪੁੰਨ ਹੈ। ਇਸੇ ਕਰਕੇ ਸਾਧ ਸੰਗਤ, ਜਿਵੇਂ ਦੇਖੋ ਸਾਰੇ ਹੀ ਪੁੰਨ ਹੈ, ਸਾਰੇ ਚੰਗੇ ਕੰਮ ਹਨ, ਪਰਉਪਕਾਰ ਦੇ ਕੰਮ, ਨੇਕੀ ਦੇ ਕੰਮ ਚੰਗੇ ਹਨ। ਪਰ ਸਾਰਿਆਂ ਤੋਂ ਜਿਹੜਾ ਵੱਡਾ ਕੰਮ ਉਹ ਹੈ ਸਾਧ ਸੰਗਤ ਜੀ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਸਾਨੂੰ ਕੋਈ ਚੇਤਾ ਕਰਾ ਦੇਵੇ ਪਰਮਾਤਮਾ ਦਾ ਭਜਨ ਕਰਨ ਵਾਸਤੇ ਆਇਆ ਹੈ। ਭਜ ਹੋ ਗੋਬਿੰਦ, ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਾਨੂੰ ਸਤਿਗੁਰੂ ਮਹਾਰਾਜ ਗੁਰਬਾਣੀ ਰਾਹੀਂ ਸਮਝਾਉਂਦੇ ਆ, ਭਜ ਹੋ ਗੋਬਿੰਦ, ਭੂਲ ਮਤ ਜਾਹੋ। ਪਰਮਾਤਮਾ ਨੂੰ ਭਜੋ, ਉਹਨੂੰ ਭੁੱਲ ਨਾ ਜਾਣਾ। ਮਾਨਸ ਜਨਮ ਕਾ ਇਹੀ ਲਾਹੋ। ਠੀਕ ਹੈ, ਸੋਹਣਾ ਘਰ ਵੀ ਚਾਹੀਦਾ ਹੈ, ਸੋਹਣੇ ਪਦਾਰਥ ਚਾਹੀਦੇ ਆ, ਪਰਿਵਾਰ ਵਿੱਚ ਵੀ ਆਪਾਂ ਰਹਿਣਾ ਹੈ, ਪਰ ਕਹਿੰਦੇ ਭਾਈ ਨਾਲ ਨਾਲ ਮਾਨਸ ਜਨਮ ਦਾ ਜੇ ਸਭ ਤੋਂ ਵੱਡਾ ਕੋਈ ਲਾਹਾ ਹੈ, ਉਹ ਪਰਮਾਤਮਾ ਦਾ ਭਜਨ ਹੈ, ਪਰਮਾਤਮਾ ਦੀ ਬੰਦਗੀ, ਪਰਮਾਤਮਾ ਦਾ ਸਿਮਰਨ ਹੈ। ਸੋ ਇਸ ਕਰਕੇ ਜਿਹੜਾ ਬਚਨ ਪੜ੍ਹਿਆ ਹੈ, ਸਾਧ ਪਠਾਏ ਆਪ। ਜਨ ਸੰਸਾਰ ਵਿੱਚ ਸਾਰੇ ਹੀ ਆਉਂਦੇ ਨੇ, ਤੇ ਇੱਥੋਂ ਤੱਕ ਵੀ ਭਗਤ ਕਬੀਰ ਜੀ ਦਾ ਇੱਕ ਬਚਨ ਆਉਂਦਾ ਹੈ। ਉਹ ਬਚਨ ਕਰਦੇ ਆ, ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨਾ ਕਬਹੂ ਲੀਨਾ। ਐ ਮਨੁੱਖ ਸਰੀਰ ਵਿੱਚ ਪ੍ਰਾਣੀ, ਤੂੰ ਅਵਤਾਰ ਲੈ ਕੇ ਆਇਆ ਹੈ, ਪਰ ਕਦੇ ਰਾਮ ਦਾ ਨਾਮ ਜਪਿਆ ਹੀ ਨਹੀਂ, ਪਰਮਾਤਮਾ ਦਾ ਭਜਨ ਤੂੰ ਕੀਤਾ ਹੀ ਨਹੀਂ। ਤੇਰਾ ਜਨਮ ਬਿਰਥਾ ਜਾ ਰਿਹਾ ਹੈ। ਇਸੇ ਕਰਕੇ ਸਾਧ ਪਠਾਏ ਆਪ। ਤੇ ਜਿਹੜੇ ਸਾਧ ਨੇ, ਸੰਤ ਨੇ, ਉਹਨਾਂ ਨੂੰ ਪਰਮਾਤਮਾ ਭੇਜਦਾ ਹੈ ਕਿ ਜਾ ਕੇ ਦੁਨੀਆ ਨੂੰ ਪਰਮਾਤਮਾ ਦਾ ਚੇਤਾ ਕਰਾਓ, ਬਾਣੀ ਦੇ ਨਾਲ ਜੋੜੋ, ਸਿਮਰਨ ਦੇ ਨਾਲ ਜੋੜੋ। ਤੇ ਸੰਤ ਮਹਾਂਪੁਰਖ ਬੇਅੰਤ ਹੋਏ ਆ, ਉਹਨਾਂ ਦੀ ਉਪਮਾ ਕਹੀ ਨਹੀਂ ਜਾਂਦੀ। ਸਾਧ ਕੀ ਮਹਿਮਾ ਵੇਦ ਨਾ ਜਾਣ ਹੈ, ਜੇਤਾ ਸੁਣੈ ਤੇਤਾ ਵਖਿਆਨ ਹੈ। ਉਹਨਾਂ ਦੀ ਉਪਮਾ ਨਹੀਂ ਆਪਾਂ ਕਹਿ ਸਕਦੇ। ਐਸੇ ਬੇਅੰਤ ਮਹਾਂਪੁਰਖਾਂ ਵਿੱਚੋਂ, ਸਾਧੂਆਂ ਵਿੱਚੋਂ ਇੱਕ ਸੰਤ ਮਹਾਂਪੁਰਖ ਹੋਏ ਨੇ
ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਜੋ ਬ੍ਰਹਮ ਗਿਆਨੀ ਹੋਏ ਆ, ਤੇ ਉਹਨਾਂ ਦੀ ਅੰਸ਼ ਦੇ ਵਿੱਚ 7 ਜੂਨ 1938 ਈਸਵੀ ਦੇ ਵਿੱਚ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਤ ਸਿੰਘ ਜੀ ਦੇ ਘਰ ਮਾਤਾ ਗੁਰਮੇਜ ਕੌਰ ਦੀ ਕੁੱਖ ਵਿੱਚੋਂ ਘਣੀਏ ਕੇ ਬਾਂਗਰ ਗੁਰਦਾਸਪੁਰ ਵਿੱਚ ਉਹਨਾਂ ਦਾ ਇਹ ਜਨਮ ਹੋਇਆ। ਉੱਥੇ ਹੀ ਉਹਨਾਂ ਨੇ ਜਦੋਂ ਮਾਤਾ ਪਿਤਾ ਨੇ ਗੁਰੂ ਘਰ ਜਾਣਾ, ਉਹਨਾਂ ਨੇ ਨਾਲ ਜਾਣਾ ਤੇ ਹੌਲੀ ਹੌਲੀ ਸੇਵਾ ਤੇ ਗੁਰਬਾਣੀ ਦੀ ਲਗਨ ਮਨ 'ਚ ਲੱਗ ਜਾਣੀ। ਉੱਥੇ ਹੀ ਉਹਨਾਂ ਨੇ 10 ਜਮਾਤਾਂ ਦੀ ਪੜ੍ਹਾਈ ਕੀਤੀ ਆ, ਪਰ ਜਿਹੜੀ ਲਗਨ ਹੈ, ਜਿਹੜਾ ਧਿਆਨ ਹੈ, ਉਹ ਈਸ਼ਵਰ ਵੱਲ ਹੋ ਗਿਆ। ਐਸੀ ਲਗਨ ਲੱਗੀ ਤੇ ਮਨ 'ਚ ਆਉਂਦਾ ਹੈ ਵੀ ਆਪਾਂ ਪੂਰਨ ਮਹਾਂਪੁਰਖ ਨੂੰ ਮਿਲੀਏ, ਕਿਸੇ ਸੰਤ ਦੀ ਸੰਗਤ ਹੋ ਜਾਵੇ। ਆਪਣੇ ਘਰ ਦੇ ਵਿੱਚ ਵਿਚਰਦੇ ਰਹੇ ਤੇ ਫਿਰ ਜਿਵੇਂ ਸਾਧ ਸੰਗਤ ਸਮਾਂ ਬਤੀਤ ਹੋਇਆ ਤੇ ਮਾਤਾ ਪਿਤਾ ਨੇ ਵਿਆਹ ਕੀਤਾ ਤੇ ਉਹਨਾਂ ਜੋ ਸਤਿਕਾਰਯੋਗ ਸਾਡੇ ਸਾਰਿਆਂ ਦੇ ਮਾਤਾ ਜੀ, ਮਾਤਾ ਮਹਿੰਦਰ ਕੌਰ ਜੀ, ਜੋ ਆਪ ਬੜੇ ਬੰਦਗੀ ਵਾਲੇ ਹਨ, ਮਾਤਾ ਮਹਿੰਦਰ ਕੌਰ ਜੀ, ਤੇ ਦਾਸ ਨੇ ਆਪ ਦੇਖਿਆ ਹੈ ਇੱਥੇ ਵੀ ਉਹ ਸੁਖਮਣੀ ਸਾਹਿਬ ਦਾ ਜਾਪ ਕਰਨਾ, ਨਿਤਨੇਮ ਕਰਨਾ, ਜੋ ਆਪ ਬੰਦਗੀ ਵਾਲੇ ਆ। ਤੇ ਸਾਧ ਸੰਗਤ ਉਹਨਾਂ ਨੂੰ ਇਹਨਾਂ ਮਹਾਂਪੁਰਖਾਂ ਦੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ। ਅਗਾਹਾਂ ਪਰਿਵਾਰ ਵਧਿਆ, ਪਰ ਫਿਰ ਸਮਾਂ ਪਾ ਕੇ ਇਹ ਸੰਤ ਬਾਬਾ ਕਰਮ ਸਿੰਘ ਜੀ ਐਸਾ ਮਨ ਦੇ ਵਿੱਚ ਆਇਆ, ਬਰਾਗ ਹੋਇਆ ਕਿ ਪਰਿਵਾਰ ਦੇ ਵਿੱਚ ਰਹਿ ਕੇ ਸੇਵਾ ਤੇ ਸਿਮਰਨ ਨਹੀਂ ਹੋ ਰਿਹਾ। ਤੇ ਸਾਧ ਸੰਗਤ ਉਹਨਾਂ ਨੇ ਫਿਰ ਉਦੋਂ ਆਪਣੇ ਪਰਿਵਾਰ ਨੂੰ ਘਰ ਦੇ ਵਿੱਚ ਛੱਡ ਕੇ ਜਿਵੇਂ ਪੂਰਨ ਸਾਧੂ ਦੀ ਭਾਲ ਕਰਨ ਦੀ ਇੱਛਾ ਨੂੰ ਲੈ ਕੇ ਘਰੋਂ ਬਾਹਰ ਆਏ ਤੇ ਵਿਚਰਦੇ ਹੋਏ 1967-68 ਦੇ ਵਿੱਚ ਸੰਤ ਬਾਬਾ ਕਰਮ ਸਿੰਘ ਜੀ ਇਸ ਅਸਥਾਨ ਗੁਰਦੁਆਰਾ ਸਾਹਿਬ ਚੋਰਮਾਰ ਵਿੱਚ ਪਹੁੰਚੇ, ਜਿੱਥੇ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਇਸ ਅਸਥਾਨ ਦੀ ਸੇਵਾ ਕਰਵਾ ਰਹੇ ਸਨ। ਤੇ ਇੱਥੇ ਹੀ ਉਹਨਾਂ ਨੇ ਫਿਰ ਉਹਨਾਂ ਦੇ ਕੋਲ ਰਹਿ ਕੇ ਗੁਰੂ ਸਾਹਿਬ ਦੇ ਇਸ ਦਰ ਦੀ ਸੇਵਾ ਕਰਨੀ ਸ਼ੁਰੂ ਕੀਤੀ ਹੈ। ਤੇ ਨਾਲ ਜਿਹੜਾ ਪਰਿਵਾਰ ਹੈ, ਕਦੇ ਕਿਸੇ ਨੂੰ ਜ਼ਿਕਰ ਨਹੀਂ ਕੀਤਾ ਵੀ ਸਾਡਾ ਪਰਿਵਾਰ ਵੀ ਹੈ, ਕਦੇ ਗੱਲਬਾਤ ਤੱਕ ਨਹੀਂ ਕੀਤੀ। ਕੋਈ ਵੀ ਪੁੱਛਦਾ ਕੁਛ ਨਾ ਦੱਸਦੇ, ਪਰਿਵਾਰ ਦਾ ਕਿਸੇ ਨੂੰ ਕਦੇ ਜ਼ਿਕਰ ਤੱਕ ਨਹੀਂ ਸੀ ਕੀਤਾ। ਤੇ ਜਿਹੜੇ ਅਣਥੱਕ ਦਿਨ ਰਾਤ ਕਰਕੇ ਤਾਂ ਸਾਧ ਸੰਗਤ ਇਹ ਦਰਬਾਰ ਸਾਹਿਬ ਦੀਆਂ ਸੇਵਾਵਾਂ ਕਰਾਉਣੀਆਂ ਤੇ ਨਾਲ ਨਾਲ ਗੁਰੂ ਕੇ ਲੰਗਰਾਂ ਵਾਸਤੇ ਜੋ ਦੁੱਧ ਆਉਂਦਾ ਸੀ, ਉਹਨਾਂ ਪਸ਼ੂਆਂ ਦੀ ਸਾਰ ਸੰਭਾਲ ਆਪ ਕਰਨੀ, ਉਹ ਵੀ ਸਾਰੀ ਸੇਵਾ ਨਿਭਾਉਂਦੇ। ਇੱਥੋਂ ਤੱਕ ਜਦੋਂ ਬਾਬਾ ਬਲਵੰਤ ਸਿੰਘ ਜੀ ਸਰੀਰ ਬਿਮਾਰ ਹੋ ਗਿਆ ਸੀ, ਉਹਨਾਂ ਨੂੰ ਇੱਧਰ ਉੱਧਰ ਲੈ ਕੇ ਜਾਣਾ ਤੇ ਉਹ ਵੀ ਸੰਤ ਬਾਬਾ ਕਰਮ ਸਿੰਘ ਜੀ ਲੈ ਕੇ ਜਾਂਦੇ। ਤੇ ਆਪਾਂ ਦੇਖ ਸਕਦੇ ਹਾਂ ਇਹ ਕਿੰਨਾ ਕੁ ਸਮਾਂ ਉਹਨਾਂ ਨੇ ਘਰ ਬਤੀਤ ਕੀਤਾ। 1938 ਵਿੱਚ ਉਹਨਾਂ ਦਾ ਪਾਵਨ ਜਨਮ ਹੋਇਆ ਤੇ 1967-68 ਦੇ ਵਿੱਚ ਇੱਥੇ ਆਏ ਆ। ਤਕਰੀਬਨ 30 ਸਾਲ ਦਾ ਟਾਈਮ ਘਰ ਵਿੱਚ ਬਤੀਤ ਕੀਤੇ ਆ। ਉਸ ਤੋਂ ਬਾਅਦ ਜਦੋਂ ਇੱਥੇ ਆਏ ਆ ਤੇ ਫਿਰ ਸਾਧ ਸੰਗਤ ਜੀ ਇੱਥੇ ਹੀ ਸੇਵਾ ਦੇ ਵਿੱਚ ਮਨ ਲੱਗ ਗਿਆ, ਫਿਰ ਵਾਪਸ ਵੀ ਨਹੀਂ ਗਏ। ਜਿਨ੍ਹਾਂ ਨੇ ਇੱਥੇ ਆਪਣੀਆਂ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਨੇ। ਤੇ ਸਾਧ ਸੰਗਤ ਉਦੋਂ ਤੋਂ ਲਾ ਕੇ ਹੀ ਮਹਾਂਪੁਰਖ
ਸੰਤ ਬਾਬਾ ਬਲਵੰਤ ਸਿੰਘ ਜੀ ਜਿਵੇਂ ਜਿਵੇਂ ਉਹਨਾਂ ਨੂੰ ਬਚਨ ਕਰਦੇ ਉਸੇ ਤਰ੍ਹਾਂ ਉਹਨਾਂ ਨੇ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ। ਤੇ ਫਿਰ ਜਦੋਂ 15 ਫਰਵਰੀ 1971 ਵਿੱਚ ਸੰਤ ਬਾਬਾ ਬਲਵੰਤ ਸਿੰਘ ਜੀ ਸੱਚਖੰਡ ਵਾਸੀ ਹੋ ਜਾਂਦੇ ਆ, ਤੇ ਜਿਹੜੀ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤ ਸਾਰਿਆਂ ਨੇ ਇਕੱਤਰਤ ਹੋ ਕੇ ਇਹ ਜਿਹੜੀ ਅਸਥਾਨ ਦੀ ਸੇਵਾ ਹੈ ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਨੂੰ ਸੌਂਪ ਦਿੱਤੀ। ਤੇ ਸਾਧ ਸੰਗਤ ਉਹਨਾਂ ਨੇ ਫਿਰ ਵੀ ਅਣਥੱਕ ਹੋ ਕੇ ਇਸ ਸਥਾਨ ਦੀ ਸੇਵਾ ਨਿਭਾਈ ਆ। ਜਿੱਥੇ ਜਿੱਥੇ ਲੋੜ ਪੈਂਦੀ ਉੱਥੇ ਉੱਥੇ ਉਹ ਸੇਵਾਵਾਂ ਕਰਵਾਉਂਦੇ। ਜੇ ਕਿਤੇ ਜ਼ਰੂਰਤ ਪੈਣੇ ਵੀ ਸਕੂਲ ਦੇ ਵਿੱਚ ਕਮਰਿਆਂ ਦੀ ਲੋੜ ਹੈ ਤੇ ਉਹ ਬਾਬਾ ਜੀ ਇਹ ਨਹੀਂ ਆਖਦੇ ਸੀ ਕਿ ਅਸੀਂ ਤਾਂ ਭਾਈ ਗੁਰੂ ਘਰ ਦੀ ਸੇਵਾ ਕਰਨੀ ਆ, ਉਹ ਤੇ ਹੋਰ ਕਿਸੇ ਦੀ ਡਿਊਟੀ ਆ, ਹੋਰ ਜ਼ਿੰਮੇਵਾਰੀ ਅਸੀਂ ਨਹੀਂ ਕਰਦੇ। ਤੇ ਸਾਧ ਸੰਗਤ ਉਹ ਫਿਰ ਜਿਵੇਂ ਹੀ ਸੰਗਤ ਕਹਿੰਦੀ ਉਹ ਫਿਰ ਉਹ ਜਿਹੜਾ ਜਿਵੇਂ ਸਕੂਲ ਹੈ ਸਰਕਾਰੀ ਸਕੂਲ ਹੈ ਜਾਂ ਫਿਰ ਉੱਥੇ ਵੀ ਉਹਨਾਂ ਨੇ ਕਮਰਿਆਂ ਦੀਆਂ ਸੇਵਾਵਾਂ ਕਰਵਾਈਆਂ। ਤੇ ਸਾਧ ਸੰਗਤ ਸਮੇਂ ਦੀ ਲੋੜ ਨੂੰ ਸਮਝਦੇ ਹੋਏ 1990 ਦੇ ਵਿੱਚ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਇਸ ਅਸਥਾਨ ਤੋਂ ਸ਼ੁਰੂ ਕੀਤਾ। ਇਸ ਗੁਰੂ ਘਰ ਦੇ ਵਿੱਚ ਹੀ ਕਲਾਸਾਂ ਲਵਾਉਣੀਆਂ। ਇਹਨਾਂ ਦੀ ਬਹੁਤ ਵੱਡੀ ਵਿਚਾਰ ਹੈ ਕਿ ਸਾਡਾ ਜਿਹੜਾ ਇਲਾਕਾ ਹੈ ਇਹ ਵਿੱਦਿਆ ਦੇ ਤਲ 'ਤੇ ਉੱਚਾ ਹੋਣਾ ਚਾਹੀਦਾ ਹੈ। ਇੱਥੇ ਗੁਰਬਾਣੀ ਦੀ ਸੰਥਿਆ ਗੁਰੂ ਘਰ ਵਿੱਚ ਉਦੋਂ ਵੀ ਕਰਾਉਂਦੇ, ਅੱਜ ਵੀ ਹੋ ਰਹੀ ਆ, ਕਰਵਾਈ ਜਾਂਦੀ ਆ ਬੱਚਿਆਂ ਨੂੰ, ਬੱਚਿਆਂ ਤੋਂ ਕੁਛ ਨਹੀਂ ਲਿਆ ਜਾਂਦਾ। ਤੇ ਸਾਧ ਸੰਗਤ ਉਹ ਜਿਹੜੇ ਵੀ ਬੱਚੇ ਆਉਂਦੇ ਆ ਉਹਨਾਂ ਨੂੰ ਸਭ ਕੁਝ ਇੱਥੋਂ ਪ੍ਰਾਪਤ ਹੁੰਦਾ ਹੈ। ਫਿਰ ਉਹਨਾਂ ਨੂੰ ਸੰਥਿਆ ਕਰਵਾਈ ਜਾਂਦੀ ਆ। ਸੋ ਇਸ ਕਰਕੇ ਪਹਿਲਾਂ ਵੀ ਕਰਵਾਈ ਜਾਂਦੀ ਸੀ। ਉੱਥੇ ਉਹਨਾਂ ਨੇ ਨਾਲ ਨਾਲ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਸ਼ੁਰੂ ਕਰਕੇ ਤੇ ਇਸ ਵਿੱਦਿਆ ਦੇ ਖੇਤਰ ਵਿੱਚ ਮਹਾਨ ਤਰੱਕੀ ਇਸ ਇਲਾਕੇ ਨੂੰ ਦਿੱਤੀ। ਤਾਂ ਉੱਥੇ ਹੀ ਸਾਧ ਸੰਗਤ ਜਿਵੇਂ ਆਪਾਂ ਦੇਖਦੇ ਹਾਂ ਕਿ ਆਹ ਦਰਬਾਰ ਸਾਹਿਬ ਦੀ ਬਹੁਤ ਸੋਹਣੀ ਸੇਵਾ ਕਰਾਉਣੀ, ਸਾਰਾ ਤਿਆਰ ਹੋਇਆ। ਤੇ ਉਹਨਾਂ ਸੰਤਾਂ ਮਹਾਂਪੁਰਖਾਂ ਦੀ ਦੇਖੋ ਭਾਵਨਾ ਸ਼ਰਧਾ ਕਿ ਇਹ ਦਰਬਾਰ ਸਾਹਿਬ ਬਹੁਤ ਸੋਹਣਾ ਹੋਣਾ ਚਾਹੀਦਾ ਹੈ। ਤੇ ਦੇਖੋ ਸ਼ੀਸ਼ਿਆਂ ਦੀ ਜੜਤਕਾਰੀ ਕਰਵਾ ਕੇ ਕਿੰਨਾ ਸੋਹਣਾ ਇਹ ਤਿਆਰ ਕਰਵਾਇਆ। ਤੇ ਸਮੇਂ ਨੂੰ ਦੇਖਦਿਆਂ ਹੋਇਆਂ ਲੰਗਰਾਂ ਦੀ ਸੇਵਾ ਕਰਾਉਣੀ। ਤੇ ਸਾਧ ਸੰਗਤ ਲੰਗਰ ਇਹ ਵੀ ਨਹੀਂ ਕੇਵਲ ਸੁਬਾਹ ਤੇ ਸ਼ਾਮ ਵੀ 10 ਵਜੇ ਚੱਲ ਪਿਆ ਲੰਗਰ ਤੇ ਸ਼ਾਮ ਨੂੰ 6 ਵਜੇ ਸਮਾਪਤੀ, ਇਹ ਨਹੀਂ ਸੀ ਉਹਨਾਂ ਮਹਾਂਪੁਰਖਾਂ ਦੀ ਵਿਚਾਰ। ਉਹ ਆਖਦੇ ਸੀ ਜਦੋਂ ਵੀ ਕੋਈ ਪ੍ਰਾਣੀ ਆਵੇ ਉਦੋਂ ਉਸ ਨੂੰ ਪ੍ਰਸ਼ਾਦਾ ਮਿਲਣਾ ਚਾਹੀਦਾ ਹੈ। ਇਸ ਕਰਕੇ ਉਹਨਾਂ ਨੇ 24 ਘੰਟੇ ਸਾਧ ਸੰਗਤ ਜੀ ਲੰਗਰ ਦਾ ਪ੍ਰਬੰਧ ਕੀਤਾ। ਤੇ ਬਹੁਤ ਵੱਡੀ ਇਹ ਆਪਾਂ ਵਿਚਾਰ ਦੇਖਦੇ ਹਾਂ ਕਿ ਜਿੱਥੇ ਵੀ ਆਪਾਂ ਜਾਂਦੇ ਹਾਂ ਸ਼ਾਮ ਨੂੰ ਗੁਰੂ ਘਰ ਦੇ ਦਰਵਾਜ਼ੇ ਬੰਦ ਹੁੰਦੇ ਆ। ऐसे बहुत सारे गुरु के स्थान हैं जो नहीं बंद किए जाते। भाव संगत श्रीमान संत बाबा करम सिंह जी उन्हां दी विचार देखो, सोच देखो, उन्होंने कदे गेट लवाया ही नहीं। वो कहते गेट लाना ही नहीं, गेट खुला ही रखना है। जे कई बार किसी ने कह भी देना भी बंद करिए समा ऐसा है कि वो महापुरख यही आखदे नहीं पाई, ये गुरु का कारज है, ये गुरु की सेवा है, ये संगत भी गुरु की आ। इत्थे गुरु आप वरतदा, गुरु रखवाला है, ते सानू जरूरत नहीं है गेट लाउण दी। उन्हां दा भाव सी एक जिहड़ा दरवाजा है गुरु घर दा हर एक प्राणी वास्ते, हर एक जीव वास्ते हर वक्त खुला रवे। कोई भी आवे ये ना आखे भी हुण शाम हो गई, हुण रात हो गई ते इस गुरुद्वारा साहिब चोर मार जी का हुण गेट बंद है। नहीं भाई, खुला होवे, क्योंकि बहुत सारे ड्राइवर साहबान बेचारे रात के समय आउंदे ते उदों आके इत्थे भोजन प्रशादा छकदे सेवा करदे। उन्हां दी बड़ी भावना हुंदी आ। कई बार असीं जदों उन्हां नूं पुछदे आ ते ओह दसदे आ, कहंदे सानूं इन्नी भावना सरधा है कि जदों एक बार इत्थे रुक जाइए ना, इत्थे सेवा करके जाने, चाहे माया की सेवा धन की सेवा करिए, तो साध संगत सानू अगां तक कदे कोई दिक्कत नहीं पई। इन्नी उन्हां नूं भावना शरधा है। तो साध संगत इस करके आउंदे ने, सेवा भी करते आ
ਤੇ ਸਾਧ ਸੰਗਤ ਨਾਲ ਨਾਲ ਗੁਰੂ ਕਾ ਲੰਗਰ ਉਹ ਛਕ ਕੇ ਜਾਂਦੇ ਆ। ਤੇ ਹੋਰ ਵੀ ਜਿਵੇਂ ਇਲਾਕੇ ਦੇ ਵਿੱਚ ਉਹਨਾਂ ਮਹਾਂਪੁਰਖਾਂ ਦੀਆਂ ਮਹਾਨ ਸੇਵਾਵਾਂ ਨੇ, ਜਿੱਥੇ ਕਿਤੇ ਲੋੜ ਹੁੰਦੀ ਉਹ ਸੰਗਤ ਉਹਨਾਂ ਨੂੰ ਬੇਨਤੀ ਕਰਦੀ, ਉੱਥੇ ਵੀ ਉਹ ਸੇਵਾ ਕਰਾ ਦਿੰਦੇ। ਇਸੇ ਕਰਕੇ ਜਿਵੇਂ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ, ਉਹਦੇ ਵਿੱਚ ਤਾਂ ਸੇਵਾ ਕਰਾਉਣੀ ਹੀ ਹੈ। ਤੇ ਸਾਧ ਸੰਗਤ ਦੇਖੋ, ਪਰ ਉਹਨਾਂ ਦੀ ਜਿਹੜੀ ਵਿਚਾਰ ਹੈ, ਜੇ ਉਹਨਾਂ ਨੂੰ ਕਿਸੇ ਨੇ ਕਹਿ ਦੇਣਾ ਕਿ ਬਾਬਾ ਜੀ ਸਕੂਲ ਦੇ ਵਿੱਚ ਇੱਦਾਂ, ਇਸ ਸਕੂਲ ਦੇ ਵਿੱਚ ਵੀ ਪੱਖਿਆਂ ਦੀ ਲੋੜ ਹੈ, ਤੇ ਉਸੇ ਸਮੇਂ ਉਹ ਉੱਥੇ ਸੇਵਾ ਕਰਾਉਂਦੇ। ਤੇ ਸਾਧ ਸੰਗਤ ਮੈਂ ਆਪਣੇ ਅੱਖੀਂ ਦੇਖਿਆ, ਜੇ ਹੁਣ ਵੀ ਉਹ ਕਹਿ ਦੇਣ ਭਾਈ ਪੱਖਿਆਂ ਦੀ ਲੋੜ ਹੈ, ਤੇ ਸ਼੍ਰੀਮਾਨ ਸੰਤ ਬਾਬਾ ਗੁਰਪਾਲ ਸਿੰਘ ਬਾਬਾ ਜੀ ਵੀ ਉੱਥੇ ਪੱਖਿਆਂ ਦੀ ਸੇਵਾ ਕਰਾਉਂਦੇ ਆ, ਤੇ ਕਰਵਾਈ ਹੈ, ਬਾਬਾ ਜੀ ਨੇ ਆਪ ਵੀ ਕਰਵਾਈ ਹੈ ਹੁਣ ਵੀ। ਸੋ ਇਸ ਕਰਕੇ ਭਾਈ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੀ ਜਿਹੜੀ ਜਿੰਨੇ ਵੀ ਮਹਿਮਾ ਕਰਾਂਗੇ, ਸੰਤਨ ਕੀ ਮਹਿਮਾ ਕਵਨ ਵਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਣੋ। ਉਹਨਾਂ ਦੀ ਮਹਿਮਾ ਤਾਂ ਬਹੁਤ ਵੱਡੀ ਆ ਤੇ ਕਹੀ ਨਹੀਂ ਜਾ ਸਕਦੀ। ਮਹਾਨ ਇਸ ਜਗਤ ਅੰਦਰ ਪਰ ਉਪਕਾਰ ਹਨ। ਚਾਹੇ ਕਈ ਸ਼ੰਕਾਵਾਦੀ ਇਹ ਵੀ ਆਖਦੇ ਆ ਕਿ ਭਾਈ ਸੰਤਾਂ ਦੀ ਉਸਤਤ ਹੁੰਦੀ ਆ, ਪਰ ਜਿਨ੍ਹਾਂ ਨੇ ਸਾਰਾ ਜੀਵਨ ਇਸ ਸਥਾਨ 'ਤੇ ਲਾ ਦਿੱਤਾ ਤੇ ਜਿਨ੍ਹਾਂ ਨੂੰ ਆਪਾਂ ਨੇਤਰਾਂ ਨਾਲ ਦੇਖ ਲਿਆ, ਅਣਥੱਕ ਉਹਨਾਂ ਨੇ ਸੇਵਾ ਕੀਤੀ ਆ, ਭਾਈ ਉਹਨਾਂ ਦੀ ਉਸਤਤ ਕਿਉਂ ਨਾ ਹੋਵੇਗੀ। ਇੱਥੇ ਆਪਾਂ ਗੁਰੂ ਸਾਹਿਬ ਦੀ ਉਸਤਤ ਕਰਨੀ ਆ, ਗੁਰੂ ਕੇ ਗੁਰਸਿੱਖਾਂ ਦੀ ਉਸਤਤ ਕਰਨੀ ਆ, ਤੇ ਸਾਧ ਸੰਗਤ ਗੁਰਬਾਣੀ ਦਾ ਜਸ ਕਰਨਾ। ਇਸੇ ਕਰਕੇ ਉਹਨਾਂ ਸੰਤਾਂ ਨੇ ਜੋ ਉਹਨਾਂ ਦਾ ਨਿਤਨੇਮ ਭਜਨ ਆਪਣੇ ਆਪ ਨੂੰ ਛੁਪਾ ਕੇ ਰੱਖਿਆ, ਕਿਉਂਕਿ ਜਿਹੜੇ ਸਾਧੂ ਹੁੰਦੇ ਆ ਨਾ, ਉਹ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਆ, ਦਿਖਲਾਵਾ ਨਹੀਂ ਕਰਦੇ। ਤੇ ਸਾਧ ਸੰਗਤ ਜੀਓ, ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਤਕਰੀਬਨ 12 ਵਜੇ ਉੱਠ ਕੇ ਇਸ਼ਨਾਨ ਕਰਨਾ, ਭਜਨ ਬਾਣੀ ਸ਼ੁਰੂ ਕਰ ਦੇਣਾ, ਤੇ ਨਿਤਨੇਮ ਅੰਮ੍ਰਿਤ ਵੇਲੇ ਕਰਨਾ, ਤੇ ਹਰ ਸਮੇਂ ਗੁਰੂ ਦੀ ਸੇਵਾ 'ਚ ਤਤਪਰ ਰਹਿਣਾ। ਕਿਸੇ ਵੀ ਸੇਵਾਦਾਰ ਨੂੰ ਨਹੀਂ ਸੀ ਪਤਾ ਹੁੰਦਾ ਕਿ ਬਾਬਾ ਜੀ ਕਦੋਂ ਆ ਜਾਣਗੇ। ਉਹਨਾਂ ਦਾ ਸਮਾਂ ਹਰ ਸੇਵਾਦਾਰ ਨੂੰ ਇਹੀ ਹੁੰਦਾ ਸੀ ਕਿ ਮੇਰੇ ਕੋਲ ਹੁਣ ਵੀ ਆਏ ਤੇ ਘੰਟੇ ਨੂੰ ਵੀ ਆਏ। ਤਾਂ ਸਾਧ ਸੰਗਤ ਹਰ ਇੱਕ ਦਾ ਖਿਆਲ ਰੱਖਣਾ, ਹਰ ਇੱਕ ਸੇਵਕ ਨੂੰ, ਗ੍ਰੰਥੀ ਸਿੰਘ ਹਰ ਇੱਕ ਸੇਵਾਦਾਰ ਨੂੰ ਇੰਨਾ ਪਿਆਰ ਕਰਨਾ ਵੀ ਇਹ ਤੇ ਬਾਬਾ ਜੀ ਮੈਨੂੰ ਹੀ ਪ੍ਰੇਮ ਕਰਦੇ ਆ, ਇੰਨੀ ਉਹਨਾਂ ਦੇ ਅੰਦਰ ਸਾਧ ਸੰਗਤ ਭਾਵਨਾ ਸ਼ਰਧਾ ਸੀ। ਤੇ ਜਿਨ੍ਹਾਂ ਨੇ ਜਿਹੜੀ ਵੀ ਗੁਰੂ ਦਰ ਦੀ ਸੇਵਾ ਹੋਣੀ, ਚਾਹੇ ਦਰਬਾਰ ਸਾਹਿਬ ਦੀ, ਲੰਗਰ ਦੀ, ਚਾਹੇ ਸਰੋਵਰ ਸਾਹਿਬ ਦੀ ਸੇਵਾ ਜਦੋਂ ਕਰਵਾਈ, ਉੱਥੇ ਸਾਰਾ ਦਿਨ ਆਪ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਤੇ ਆਪ ਨਾਲ ਸੇਵਾ ਕਰਾਉਣੀ। ਪਰ ਕਦੇ ਵੀ ਜੇ ਕਿਸੇ ਨੇ ਉਸਤਤ ਕਰ ਦੇਣੀ ਤੇ ਕਦੇ ਵੀ ਉਸਤਤ ਨਹੀਂ ਸੀ ਕਰਾਉਂਦੇ। ਆਖਦੇ ਭਾਈ ਇਹ ਤਾਂ ਗੁਰੂ ਦੀ ਕਿਰਪਾ ਹੈ, ਗੁਰੂ ਦੀ ਸੇਵਾ ਤੇ ਗੁਰੂ ਆਪ ਕਰਾਉਂਦਾ ਹੈ। ਇਸ ਕਰਕੇ ਉਹਨਾਂ ਦਾ ਨੇਮ ਸੀ। ਤੇ ਫਿਰ ਸਾਧ ਸੰਗਤ ਜੀ ਬੇਖੌਫ ਹੋ ਕੇ, ਨਿਰਭਉ ਹੋ ਕੇ ਉਹ ਵਿਚਰਦੇ ਰਹੇ ਇਸ ਸੰਸਾਰ ਵਿੱਚ। ਜਿਵੇਂ ਕਦੇ ਕਿਸੇ ਵਾਸਤੇ ਚੜ੍ਹ ਜਾਣਾ, ਕਿਸੇ ਵਾਸਤੇ ਚਲੇ ਜਾਣਾ, ਹਰ ਇੱਕ ਡਰਾਈਵਰ ਬੱਚਿਆਂ ਦਾ ਖਿਆਲ ਰੱਖਣਾ। ਤੇ ਸਾਧ ਸੰਗਤ ਉਹ ਕਈ ਵਾਰ ਸਵੇਰੇ ਜਦੋਂ ਸੈਰ 'ਤੇ ਚਲੇ ਜਾਣਾ ਨਾ, ਤੇ ਦੂਰ ਦੂਰ ਤੱਕ ਇਕੱਲੇ ਚਲੇ ਜਾਣਾ। ਤੇ ਸਾਧ ਸੰਗਤ ਜੋ ਜਿਵੇਂ ਪਹਿਲਾਂ ਤੋਂ ਲਾ ਕਰਕੇ ਜੋ ਸਾਡੇ ਤਾਇਆ ਜੀ ਦੇ ਲੜਕਾ ਭਾਈ ਭੋਲਾ ਸਿੰਘ, ਉਹਨਾਂ ਨੇ ਇਸ ਸਥਾਨ 'ਤੇ ਸ਼੍ਰੀਮਾਨ ਸੰਤ ਬਾਬਾ ਗੁਰਪਾਲ ਸਿੰਘ ਜੀ ਮਹਾਂਪੁਰਖਾਂ ਨਾਲ ਜਿਨ੍ਹਾਂ ਦਾ ਬੜਾ ਪ੍ਰੇਮ ਸੀ, ਤੇ ਇਕੱਠੇ ਸੰਥਿਆ ਕੀਤੀ, ਇਕੱਠੇ ਪੜ੍ਹੇ ਤੇ ਬੜਾ ਪ੍ਰੇਮ ਰੱਖਿਆ। ਉਹਨਾਂ ਨੇ ਵੀ ਸੇਵਾ ਕੀਤੀ, ਉਹਨਾਂ ਨਾਲ ਵੀ ਮਹਾਂਪੁਰਖਾਂ ਦਾ ਬੜਾ ਪ੍ਰੇਮ ਸੀ। ਇਸੇ ਤਰ੍ਹਾਂ ਦਾਸ ਦੇ ਪਿਤਾ ਸ਼੍ਰੀ ਸੰਤੋਖ ਸਿੰਘ ਜੀ ਨੇ ਮੈਨੂੰ ਇੱਕ ਵਾਰ ਦੱਸਿਆ, ਉਹ ਕਹਿਣ ਲੱਗੇ ਅਸੀਂ ਸਵੇਰੇ 4 ਵਜੇ ਦਾ ਟਾਈਮ ਸੀ ਤੇ ਪਾਣੀ ਲਾ ਰਹੇ ਸੀ, ਤੇ ਜਦੋਂ ਪਾਣੀ ਲਾ ਕੇ ਅਸੀਂ ਵਾਪਸ ਜਾਣ ਲੱਗੇ ਨਾ, ਇਹ ਜਿਹੜਾ ਸਾਧ ਸੰਗਤ ਰੋਹੀ ਵਾਲਾ ਰਾਹ ਹੈ, ਉਦੋਂ 4 ਵਜੇ ਦਾ ਟਾਈਮ ਸੀ ਤੇ ਸੰਤ ਬਾਬਾ ਕਰਮ ਸਿੰਘ ਜੀ ਹੌਲੀ ਹੌਲੀ ਤੁਰੇ ਜਾਣ। ਉਹ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦੇ ਬਹੁਤੀ, ਤੇ ਇਕੱਲੇ ਹੌਲੀ ਹੌਲੀ ਤੁਰੇ ਜਾਂਦੇ। ਦੇਖੋ ਉਹਨਾਂ ਦੀ ਆਪਣੀ ਨਿਮਰਤਾ ਤੇ ਬੇਖੌਫਤਾ। ਕਈ ਵਾਰ ਸੇਵਾਦਾਰ ਆਖਦੇ ਵੀ ਇਕੱਲੇ ਜਾਂਦੇ ਆ, ਨਾਲ ਕੋਈ ਸੇਵਾਦਾਰ ਲੈ ਕੇ ਜਾਓ, ਪਰ ਇਕੱਲੇ। ਤੇ ਸਾਡੇ ਪਿਤਾ ਜੀ ਕਹਿਣ ਲੱਗੇ ਕਿ ਉਹ ਇਕੱਲੇ ਹੀ ਤੁਰੇ ਜਾਂਦੇ ਸੀ, ਤੇ ਮੈਂ ਦੇਖਿਆ ਵੀ ਕੌਣ ਹੈ। ਮੈਂ ਚੰਗੀ ਤਰ੍ਹਾਂ ਪਛਾਣ ਕੀਤੀ, ਜਦੋਂ ਦੇਖਿਆ ਵੀ ਇਹ ਤੇ ਸੰਤ ਬਾਬਾ ਕਰਮ ਸਿੰਘ ਜੀ ਹੈ, ਕਿਉਂਕਿ ਇਸ ਪਰਿਵਾਰ ਦਾ
ਮਹਾਂਪੁਰਖਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਰਿਹਾ ਹੈ ਤੇ ਦਾਸ ਦੇ ਪਿਤਾ ਦਾ ਵੀ ਬਾਬਾ ਜੀ ਨਾਲ ਬਹੁਤ ਪ੍ਰੇਮ ਹੈ। ਤੇ ਉਸ ਸਮੇਂ ਫਿਰ ਜਦੋਂ ਦੇਖਿਆ ਤੇ ਉਹਨਾਂ ਦਾ ਸਤਿਕਾਰ ਕੀਤਾ, ਫਤਿਹ ਗਜਾਈ ਤੇ ਮਹਾਂਪੁਰਖ ਬਹੁਤ ਖੁਸ਼ ਹੋਏ। ਪੁੱਛਿਆ ਪਰ ਉਹ ਕਹਿੰਦੇ ਭਾਈ ਅਸੀਂ ਤਾਂ ਇੱਧਰ ਹੀ ਆਏ ਸੀ। ਤੇ ਸਾਧ ਸੰਗਤ ਇਸ ਤਰ੍ਹਾਂ ਇਹਨਾਂ ਗੱਲਾਂ ਤੋਂ ਸਮਝ ਆਉਂਦੀ ਹੈ ਕਿ ਉਹ ਬੜੇ ਨਿਮਰਤਾ ਵਾਲੇ ਤੇ ਬੇਖੌਫ ਹੋ ਕੇ ਵਿਚਰਦੇ ਤੇ ਦੂਰ ਦੂਰ ਤੱਕ ਚਲੇ ਜਾਂਦੇ ਤੇ ਕੁਝ ਸਮਾਂ ਬੈਠ ਕੇ ਦਾਸ ਦੇ ਪਿਤਾ ਦੇ ਨਾਲ ਉਹਨਾਂ ਦੀਆਂ ਵਿਚਾਰਾਂ ਹੋਈਆਂ ਤੇ ਫਿਰ ਉਹ ਵਾਪਸ ਮੁੜ ਆਏ। ਤੇ ਇਸ ਤਰ੍ਹਾਂ ਪਰਮਾਤਮਾ ਦੀ ਭਗਤੀ ਦੇ ਵਿੱਚ ਰੰਗੇ ਹੋਏ ਹੀ ਇਸ ਸੰਸਾਰ ਦੇ ਵਿੱਚ ਆਏ ਤੇ ਇਸੇ ਤਰ੍ਹਾਂ ਬਾਣੀ ਸਿਮਰਨ ਦੇ ਨਾਲ ਜੁੜੇ ਹੋਏ ਇਸ ਸੰਸਾਰ ਦੇ ਵਿੱਚੋਂ ਸਾਧ ਸੰਗਤ ਉਹਨਾਂ ਨੇ ਮਹਾਨ ਸੇਵਾਵਾਂ ਕਰਕੇ, ਮਹਾਨ ਪਰ ਉਪਕਾਰ ਕਰਕੇ ਤੇ ਜਦੋਂ ਸਮਾਂ ਆਇਆ 8 ਮਾਰਚ 2018 ਤੇ ਉਸ ਤੋਂ ਪਹਿਲਾਂ ਵੀ ਜੇ ਆਪ ਜੀ ਨੂੰ ਜ਼ਿਕਰ ਕੀਤਾ ਸੀ ਕਿ ਜਿਵੇਂ ਇੱਕ ਵਾਰ ਜਦੋਂ ਹਸਪਤਾਲ ਦੇ ਵਿੱਚ ਨੇ ਤੇ ਡਾਕਟਰ ਕਹਿਣ ਲੱਗੇ ਵੀ ਹੁਣ ਤਾਂ ਇਸ ਸਰੀਰ ਤਿਆਗ ਗਿਆ, ਪਰ ਸਾਧ ਸੰਗਤ ਜੀ ਕੁਝ ਹੀ ਸਮੇਂ ਬਾਅਦ ਉਹ ਹੀ ਆਖਣ ਲੱਗੇ ਕਿ ਇਹ ਤਾਂ ਮਹਾਂਪੁਰਖ ਬਹੁਤ ਠੀਕ ਨੇ। ਤੇ ਇਸ ਤਰ੍ਹਾਂ ਕਹਿ ਦਿਓ ਵੀ ਜਿਵੇਂ ਕਿਸੇ ਜੀਵ ਦਾ ਦੁਬਾਰਾ ਜਨਮ ਹੁੰਦਾ ਹੈ, ਕਿਉਂਕਿ ਉਹਨਾਂ ਦੀਆਂ ਜੋ ਸੇਵਾਵਾਂ ਬਾਕੀ ਰਹਿ ਗਈਆਂ ਉਹਨਾਂ ਨੇ ਕਰਨੀਆਂ ਸੀ। ਤੇ ਫਿਰ ਸਾਧ ਸੰਗਤ ਜੀ ਸੇਵਾ ਅਕਾਲ ਪੁਰਖ ਨੇ ਉਹਨਾਂ ਤੋਂ ਲੈਣੀ ਸੀ, ਕੀਤੀਆਂ। ਤੇ ਫਿਰ ਜਦੋਂ 8 ਮਾਰਚ 2018 ਵਾਲਾ ਦਿਨ ਆਇਆ ਤੇ ਸਾਧ ਸੰਗਤ ਜੀ ਇਸ ਸੰਸਾਰ ਦੇ ਉੱਪਰ ਮਹਾਨ ਪਰ ਉਪਕਾਰ ਕਰਕੇ, ਮਹਾਨ ਸੇਵਾਵਾਂ ਕਰਕੇ ਤੇ ਸਾਧ ਸੰਗਤ ਜੀ ਉਹ ਮਹਾਂਪੁਰਖ ਇਸ ਸੰਸਾਰ ਨੂੰ ਛੱਡ ਕਰਕੇ, ਆਪਣਾ ਸਰੀਰਕ ਚੋਲਾ ਛੱਡ ਕਰਕੇ ਸੱਚਖੰਡ ਜਾ ਵਿਰਾਜੇ। ਤੇ ਜਿਵੇਂ ਸਾਧ ਸੰਗਤ ਜੀ ਸੰਗਤਾਂ ਦਾ ਉਹਨਾਂ ਮਹਾਂਪੁਰਖਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਹੈ, ਇਸੇ ਤਰ੍ਹਾਂ ਸ੍ਰੀਮਾਨ ਸੰਤ ਬਾਬਾ ਗੁਰਪਾਲ ਸਿੰਘ ਬਾਬਾ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਬਾਬਾ ਜੀ ਦੀ ਬਹੁਤ ਜ਼ਿਆਦਾ ਸੇਵਾ ਕੀਤੀ। ਇਹ ਗੁਰੂ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ। ਉਹਨਾਂ ਦੇ ਸਮੇਂ 'ਚ ਵੀ ਬਾਬਾ ਜੀ ਨੇ ਜ਼ਿੰਮੇਵਾਰੀ ਨਿਭਾਈ, ਉਹਨਾਂ ਦੇ ਬਚਨਾਂ ਅਨੁਸਾਰ ਸੇਵਾ ਕੀਤੀ। ਤੇ ਇਸੇ ਤਰ੍ਹਾਂ ਜਦੋਂ ਸਰੀਰਕ ਚੋਲਾ ਛੱਡ ਗਏ ਤੇ ਉਦੋਂ ਵੀ ਸਾਧ ਸੰਗਤ ਜੀ ਸ੍ਰੀਮਾਨ ਸੰਤ ਬਾਬਾ ਗੁਰਪਾਲ ਸਿੰਘ ਜੀ ਨੂੰ ਸਮੁੱਚੀ ਸੰਗਤ ਨੇ ਇਕੱਤਰਿਤ ਹੋ ਕੇ ਭਾਵਨਾ ਸ਼ਰਧਾ ਸਹਿਤ ਇਸ ਅਸਥਾਨ ਦੀ ਜਿਹੜੀ ਸੇਵਾ ਹੈ ਉਹ ਸੌਂਪ ਦਿੱਤੀ। ਤੇ ਜਿਵੇਂ ਸਾਧ ਸੰਗਤ ਜੀ ਸ੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖਾਂ ਨੇ ਸੇਵਾ ਕਰਵਾਈ, ਉਸੇ ਤਰ੍ਹਾਂ ਹੀ ਇਲਾਕਾ ਨਿਵਾਸੀ, ਨਗਰ ਨਿਵਾਸੀ ਸੰਗਤ ਦੇ ਸੰਯੋਗ ਨਾਲ ਸ੍ਰੀਮਾਨ ਸੰਤ ਬਾਬਾ ਗੁਰਪਾਲ ਸਿੰਘ ਜੀ ਬਹੁਤ ਸੋਹਣੀਆਂ ਜਿਹੜੀਆਂ ਸੇਵਾਵਾਂ ਨੇ ਇਸ ਅਸਥਾਨ 'ਤੇ ਕਰਵਾ ਰਹੇ ਨੇ। ਤੇ ਇਸੇ ਤਰ੍ਹਾਂ ਇਹ ਸਾਰੀ ਸੰਗਤ ਦੀ ਅਸੀਸ ਹੈ, ਸੰਗਤ ਦਾ ਸਹਿਯੋਗ ਹੈ। ਤੇ ਇਸੇ ਤਰ੍ਹਾਂ ਭਾਈ ਸਾਨੂੰ ਇਹਨਾਂ ਮਹਾਂਪੁਰਖਾਂ ਨੂੰ ਵੀ ਉਹਨਾਂ ਦਾ ਹੀ ਰੂਪ ਸਮਝ ਕੇ ਜਿਹੜੀ ਆ ਇਹ ਸਾਰੀ ਸੇਵਾ ਸਿਮਰਨ ਦੇ ਵਿੱਚ ਉਸੇ ਤਰ੍ਹਾਂ ਸੰਯੋਗ ਕਰਨਾ ਚਾਹੀਦਾ ਹੈ। ਸੰਗਤ ਕਰ ਵੀ ਰਹੀ ਆ। ਸੋ ਇਸ ਕਰਕੇ ਅੱਜ ਉਹ ਮਹਾਂਪੁਰਖ, ਕਿਉਂਕਿ ਜਿਨ੍ਹਾਂ ਨੇ ਸਾਰਾ ਜੀਵਨ ਲਾਇਆ ਹੈ, 50 ਸਾਲ ਬਹੁਤ ਹੁੰਦੇ ਆ ਤੇ ਇੱਥੇ ਹੀ ਲਾਏ ਆ ਸੇਵਾ ਸਿਮਰਨ ਵਿੱਚ, ਤੇ ਇੱਕ ਨਹੀਂ ਬੇਅੰਤ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਜਿਹੜਾ ਬਚਨ ਪੜ੍ਹਿਆ ਹੈ, ਬਿਨ ਗੁਰ ਪੂਰੇ ਨਾਹੀਂ ਉਧਾਰ, ਬਿਨਾਂ ਪੂਰਿਆਂ ਗੁਰਾਂ ਤੋਂ ਸਾਡਾ ਉਧਾਰ ਨਹੀਂ ਹੋ ਸਕਦਾ। ਉਹਨਾਂ ਦੀ ਉਸਤਤ ਇਸ ਕਰਕੇ ਕਰਦੇ ਆ, ਦੇਖੋ ਕਿੰਨੇ ਵਿਦਿਆਰਥੀ ਇਸ ਅਸਥਾਨ ਤੋਂ ਪੜ੍ਹੇ ਆ, ਕਿੰਨੇ ਗ੍ਰੰਥੀ ਸਿੰਘ ਹੋਏ ਆ, ਕਿੰਨੇ ਇੱਥੇ ਸੇਵਾ ਕਰ ਰਹੇ ਆ, ਕਿੰਨੇ ਨਗਰਾਂ 'ਚ ਸੇਵਾ ਕਰ ਰਹੇ ਆ, ਤੇ ਕਿੰਨੀ ਸੰਗਤ ਆ ਕੇ ਲੰਗਰ ਛਕਦੀ ਆ, ਤੇ ਕਿੰਨੀਆਂ ਇੱਥੇ ਸੇਵਾਵਾਂ ਚੱਲ ਰਹੀਆਂ ਨੇ, ਅਖੰਡ ਪਾਠ ਸਾਹਿਬ ਜੀ ਦੇ ਜਾਪ ਹੁੰਦੇ ਹਨ। ਤੇ ਕਿੰਨੇ ਪ੍ਰਾਣੀ ਜਿਨ੍ਹਾਂ ਨੂੰ ਸਾਧ ਸੰਗਤ ਮਹਾਂਪੁਰਖਾਂ ਨਾਲ ਮਿਲ ਕੇ ਖੁਸ਼ੀ ਹੋਈ। ਕਿਉਂਕਿ ਇਹ ਜਦੋਂ ਆਪਾਂ ਦੇਖਦੇ ਹਾਂ ਨਾ, ਕਿਸੇ ਸੰਸਾਰ ਜਿਸ ਮਨੁੱਖ ਪੈ ਕਰੋ ਬੇਨੰਤੀ ਸੋ ਆਪਣਾ ਦੁੱਖ ਭਰਿਆ। ਜੇ ਸੰਸਾਰ ਦੇ ਬੰਦੇ ਕੋਲੇ ਆਪਾਂ ਆਪਣਾ ਦੁੱਖ ਦੱਸਦੇ ਹਾਂ, ਉਹ ਆਪਣੇ ਬਹੁਤ ਦੁੱਖ ਦੱਸਣ ਲੱਗ ਜਾਂਦਾ ਹੈ। ਪਰ ਜਦੋਂ ਕੋਈ ਦੁਖੀ ਹੋਇਆ ਬੰਦਾ, ਕਈ ਵਾਰ ਜ਼ਰੂਰੀ ਨਹੀਂ ਹਰ ਇੱਕ ਦੁਖੀ ਹੋਇਆ ਆਵੇ, ਸੁਖੀ ਵੀ ਆਉਂਦੇ ਆ, ਪਰ ਦੁਖੀ ਹੋਇਆ ਬੰਦਾ ਜਦੋਂ ਉਹਨਾਂ ਮਹਾਂਪੁਰਸ਼ਾਂ ਨੂੰ ਮਿਲਦਾ ਨਾ, ਬੇਨਤੀਆਂ ਕਰਦਾ ਮੈਂ ਬੜਾ ਦੁਖੀ ਹਾਂ, ਤੇ ਉਹਨਾਂ ਨੂੰ ਮਹਾਂਪੁਰਖਾਂ ਨੇ ਕਹਿਣਾ ਭਾਈ ਬਾਣੀ ਪੜ੍ਹਿਆ ਕਰ, ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ, ਗੁਰੂ ਦੇ ਦਰ ਦੀ ਸੇਵਾ ਕਰਿਆ ਕਰ, ਗੁਰੂ ਤੇਰਾ ਕਾਰਜ ਆਪ ਸਵਾਰੂਗਾ। ਤੇ ਸਾਧ ਸੰਗਤ ਜਿਨ੍ਹਾਂ ਨੇ ਵਚਨ ਮੰਨੇ ਤੇ ਉਹਨਾਂ ਦੇ ਕਾਰਜ ਵੀ ਸਵਾਰੇ।
एक बजुर्ग है साध संगत, उन्होंने उम्र तकरीबन 90 साल हो, क्योंकि मेरा सुभाव है ਜਿਹੜੇ भी महापुरखों के संगी आ जा उन्होंने मिलना, विचार करनी, महापुरखों बारे पुछना, गलबात करनी। तो इस करके जिमें साध संगत जी वो महापुरख बहुत ज़्यादा हर एक नूं प्रेम करते, तो दसदा भी चाहे यही नगर है जिमें इत्थे आया एक बार कथा की, तो शाम को जदों अपने चाचा जी के घर गए तो बाबा करम सिंह जी महापुरख कहन लगे भाई उन्होंने सद के लिया। तो उस समय तो महापुरखा ने साध संगत इत्थे बुला के बाह फड़ी वचन किया, भाई इत्थे ही तुसी कथा की सेवा करनी है, इत्थे ही संथ्या कराउणी आ। तो साध संगत वो हर एक नूं इन्ना ज़्यादा प्रेम करते हैं। तो इस तरह जो आप साध संगत की उन्होंने जीवन चो देख रहे हैं, तो उन्होंने महापुरखों के जोड़े वचन हैं तो वो साध संगत जी पुराने नूं तार दिंदे आ। जे वचन होए तो बहुत कृपा हुई। तो इस तरह जो भी उस वचन होया वो कहता मैं बहुत ज़्यादा गरीब हाँ, मेरा गुजारा तक नहीं होंदा, मेरा काम कार बहुत पिछे चलिया गया। तो महापुरखों का वचन होया भाई बाणी पढ़िया कर, सेवा करया कर, तेरे ते कृपा होवेगी। तो साध संगत उन्हें मैनूं दस्सिया, कहना जो मैं इत्थे आया ना तो मेरे मन की इच्छा हुई भी चलो मैं अखंड पाठ साहब की सेवा करा दी, पर मेरे को पैसे नहीं सी। तो जदों मैं महापुरखों को बेनती की मैं अखंड पाठ साहब की सेवा करानी आ, तो पर मेरे को तो पैसे नहीं। तो महापुरख कहन लगे भाई कोई गल नहीं, तू पैसों की फिक्र ना कर, तू अखंड पाठ साहब लिखा दे, जदों तेरा समा आया तो उदों तू करवा देवी, उदों सेवा देवी। क्योंकि पर इस स्थान की अज भी मर्यादा है। उस तरह श्रीमान संत बाबा गुरपाल सिंह जी भी संगतां नाल इन्ना प्रेम रखते हैं कि भाई चाहे सहज पाठ साहब है, चाहे अखंड पाठ साहब है, तुसीं अज लिखा जाओ, बारी तो समा तुहाडा चाहे 2 साल बाद आवे, चाहे 8 महीनों बाद आवे, सेवा चाहे उदों दे दिओ। तो वो महापुरख कहन लगे भाई वो ना फिक्र कर, जदों गुरु की कृपा हुई तेरे ते आप मेहर करेगा, कोई गल नहीं। उन्होंने भाई लिखा था। वो कहन लगे सानू ये सी भी किवें सारा कुछ होवेगा, पर जदों साडा दिन आया कहते फसल सोहनी हो गई, काम कार आपे ही सोहना हो गया, तो असी जिन्नी सेवा करनी सी उस तो वध सेवा करके गए। वो कहते उस तो ला करके असी अज तक श्री अखंड पाठ साहब जी का आए साल जाप कराउने आ, भावना रखते हैं। तो अज उस तो साडा जिहड़ा घर है वो सोहना होण लग गया, साडे फसल तो ला करके बच्चों तो ला करके अज साडे घर विच बहुत चढ़दी कला हो चुकी है। ये तो एक प्रमाण मात्र तुहानूं दिता भी इन्नी ज़्यादा कृपा हुंदी है उन्हां दे, क्योंकि उन्हां ते गुरु की कृपा हुंदी है तो वो जोड़ते भी गुरु नाल ही है। इस करके भाई एक नहीं बेअंत प्राणियां नूं उन्होंने साध संगत जी कह के कि भाई हुण तो दाढ़ी केस रख ला, हुण तो खंडे बाटे का अमृत छक ला, कह के उन्होंने अमृत छकाउणा, गुरु दे नाल जोड़ना, गुरबाणी दे नाल जोड़ना। तो ऐसे जिहड़े संत ने जिहड़े परोपकारी महापुरख हुंदे आ, सो भाई उन्हां दे आपां उपमा नहीं कह सकते। पर अज इस स्थान ते उन्हां दी मिठी याद नूं मुख रखदिआं होइआं महान गुरमत समागम हो रहा है। इस करके फर्ज बनदा है साडा सारिआं दा भी जिहड़ा भी भाई घर घर दा प्राणी है अज जरूर अपना समा कड्ढे। देखो समा हुंदा है, समा भी है चाहे काम कार दा, पर एक दिन तो आपां कढ सकदे हां उन्हां महापुरखां दी याद विच। ते समुची साध संगत ने भाई घर घर दा सेवादार समूह माई भाई, जिवें माइयां ने प्रसादियां दी सेवा, बर्तनां दी सेवा करनी आ, ते इस तरह सेवादारां ने अपना पहरा भी देना, अपनी अपनियां सेवावां निभाउणियां। घर घर दा प्राणी समा कढ के जरूर भाई अज सारा दिन आपां इत्थे सेवा करनी आ, इत्थे सारी संगत ने चाह पानी प्रसादा छकना है। तो वध तो वध गुरमत समागम जिहदे विच सानूं गुरु की गल महान जिहड़े महापुरख है जिहड़े संत ने बहुत सोहना जो हर जस कीर्तन करते आ, धारना सहित कीर्तन कथा कीर्तन राही सानूं गुरु दियां विचारां सुणाउणगे, गुरु की सानूं गल सुणाउणगे। तो वध भाई सुन के अपने जीवन के लाहे प्राप्त करने आ। प्रसादा शरीर नूं भुख लगी आ ते प्रसादा छकना है, पर जिहड़ी मन की भुख है साचे नाम की लागै भूख, मन की भुख दूर करने वास्ते आपां गुरु की हजूरी विच बैठ के हर जस कीर्तन श्रवण करके अपने जीवन के
ਅਮੋਲਕ ਸਵਾਸਾਂ ਨੂੰ ਸਫਲ ਕਰਨਾ ਹੈ। ਸੋ ਜ਼ਰੂਰ ਭਾਈ ਸਾਰਿਆਂ ਨੇ ਪਹੁੰਚਣਾ ਹੈ, ਪਰ ਜ਼ਰੂਰੀ ਸੀ ਉਹਨਾਂ ਮਹਾਂਪੁਰਖਾਂ ਨੂੰ ਯਾਦ ਕਰਨਾ ਜਿਨ੍ਹਾਂ ਨੇ ਸਾਰਾ ਜੀਵਨ ਇੱਥੇ ਲਾਇਆ ਹੈ। ਸੋ ਭਾਈ ਇੱਥੋਂ ਤੱਕ ਵਿਚਾਰ ਕਰਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਜੋ ਗੁਰੂ ਸਾਹਿਬ ਬਚਨ ਕਰਦੇ ਆ, ਬਿਨ ਗੁਰ ਪੂਰੇ ਨਾਹੀਂ ਉਧਾਰ। ਭਾਈ ਬਿਨਾਂ ਪੂਰੇ ਗੁਰੂ ਤੋਂ ਤੇ ਪੂਰੇ ਸਾਧੂ ਤੋਂ ਬਿਨਾਂ ਸੰਸਾਰ ਦਾ ਉਧਾਰ ਨਹੀਂ ਹੁੰਦਾ। ਜੇ ਪੂਰਾ ਸਾਧੂ ਜਗਤ ਅੰਦਰ ਆਉਂਦਾ ਹੈ ਤੇ ਸਾਧ ਸੰਗਤ ਉਹ ਪੂਰੇ ਗੁਰੂ ਨਾਲ ਜੋੜ ਕੇ ਸਾਡੇ ਜੀਵਨ ਨੂੰ ਸਫਲ ਕਰ ਦਿੰਦੇ ਆ। ਬਾਬਾ ਨਾਨਕ ਆਖੈ ਇਹੋ ਵਿਚਾਰ। ਬਾਬਾ ਨਾਨਕ ਭਾਵ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਵਿਚਾਰ ਰਾਹੀਂ ਸਮਝਾ ਰਹੇ ਆ। ਭਾਈ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਚਰਨਾਂ ਨਾਲ ਜੋੜ ਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲ ਕਰੀਏ। ਸੋ ਇਸੇ ਤਰ੍ਹਾਂ ਅੱਜ ਵੀ ਸਾਰਿਆਂ ਨੇ ਵੱਧ ਤੋਂ ਵੱਧ ਭਾਈ ਸਮਾਂ ਕੱਢ ਕੇ ਹਾਜ਼ਰੀਆਂ ਭਰਨੀਆਂ ਨੇ। ਸੋ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਸਮੂਹ ਸਾਧ ਸੰਗਤ ਤੇ ਸਤਿਗੁਰੂ ਮਹਾਰਾਜ ਬਖਸ਼ਣਯੋਗ ਨੇ। ਦਾਸ ਕਿਨਾਂ ਦਾ ਜਾਚਕ ਹੈ ਜੀ, ਬਿਨ ਗੁਰ ਪੂਰੇ ਨਾਹੀਂ ਉਧਾਰ। ਬਾਬਾ ਨਾਨਕ ਆਖੈ ਇਹੋ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।